ਸਤਿ ਸ਼੍ਰੀ ਅਕਾਲ। ਤੁਸੀਂ ਉਡਾਰੀ ਵਿਦੇਸ਼ਾਂ ਨੂੰ ਦੇਖ ਰਹੇ ਹੋ ਤੇ ਮੈਂ ਹਾਂ ਮਨਦੀਪ। ਆਸ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਹਰ ਰੋਜ਼ ਅਸੀਂ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਔਰ ਸਟੱਡੀ ਵੀਜ਼ਾ ਐਕਸਪਰਟਸ ਨੂੰ ਇਸ ਮੰਚ ਦੇ ਉੱਪਰ ਇਨਵਾਈਟ ਕਰਦੇ ਹਾਂ ਤਾਂ ਕਿ ਤੁਹਾਨੂੰ ਤੁਹਾਡੀ ਡ੍ਰੀਮ ਡੈਸਟੀਨੇਸ਼ਨ ਤੇ ਪਹੁੰਚਣ ਦੇ ਲਈ ਮਦਦ ਮਿਲ ਸਕੇ। ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਹਰ ਵਾਰੀ ਉਹਨਾਂ ਹਸਤੀਆਂ ਨੂੰ ਤੁਹਾਡੇ ਰੂਬਰੂ ਕਰਵਾਉਣ ਦੀ ਜਿਹੜੇ ਇਸ ਏਰੀਆ ਦੇ ਵਿੱਚ ਬਹੁਤ ਮੁਹਾਰਤ ਹਾਸਲ ਕਰ ਚੁੱਕੇ ਨੇ ਔਰ ਹੁਣ ਤੱਕ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਵਿਦਿਆਰਥੀਆਂ ਨੂੰ ਉਹਨਾਂ ਦੀ ਸੁਪਨਿਆਂ ਦੀ ਨਗਰੀ ਵੱਲ ਭਿਜਵਾ ਚੁੱਕੇ ਨੇ। ਲੜੀ ਨੂੰ ਅੱਗੇ ਤੋਰਦੇ ਹੋਏ ਮੇਰੇ ਨਾਲ ਇੱਕ ਵਾਰੀ ਫਿਰ ਤੋਂ ਜੁੜੇ ਨੇ ਜੀ ਪਾਇਨੀਅਰ ਇਮੀਗ੍ਰੇਸ਼ਨ ਤੋਂ ਮਿਸਟਰ ਡਾਕਟਰ ਰਵੀ ਗਰਗ ਜੀ। ਵੈਲਕਮ ਹੈ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਮਨਦੀਪ ਜੀ। ਸ਼ੋਅ ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਸਕਰੀਨ ਦੇ ਹੇਠਾਂ ਅਸੀਂ ਜਿਹੜਾ ਆ ਇਹ ਨੰਬਰ ਸਾਂਝਾ ਕਰਦੇ ਪਏ ਹਾਂ। ਲਾਈਵ ਪ੍ਰੋਗਰਾਮ ਹੈ ਪਾਇਨੀਅਰ ਇਮੀਗ੍ਰੇਸ਼ਨ। ਇਹਨਾਂ ਦੀ ਪੰਜਾਬ ਦੇ ਹਰ ਇੱਕ ਕੋਨੇ ਦੇ ਵਿੱਚ ਬ੍ਰਾਂਚ ਹੈਗੀ ਹੈ। ਮੈਨੂੰ ਲੱਗਦਾ ਤੁਸੀਂ 70-75 ਕਿਲੋਮੀਟਰ ਤੁਰੋਗੇ ਤਾਂ ਤੁਹਾਨੂੰ ਅਗਲੀ ਬ੍ਰਾਂਚ ਜਿਹੜੀ ਉਹ ਮਿਲ ਜਾਏਗੀ, ਹੈ ਨਾ। ਸੋ ਇੱਕ ਵਾਰੀ ਤੁਸੀਂ ਪਹਿਲਾਂ ਬ੍ਰਾਂਚਸ ਨੋਟ ਕਰ ਲਓ ਜੀ। ਚੰਡੀਗੜ੍ਹ ਤੋਂ ਸ਼ੁਰੂ ਹੋ ਜਾਓ। ਚੰਡੀਗੜ੍ਹ, ਮੋਹਾਲੀ, ਫਿਰੋਜ਼ਪੁਰ, ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਦਿੱਲੀ ਔਰ ਜਲੰਧਰ, ਲੁਧਿਆਣਾ, ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਤੇ ਨਾਲ ਨੇਪਾਲ, ਦਿੱਲੀ ਤੇ ਇਹਨਾਂ ਦਾ ਇੱਕ ਹੋਰ ਆਫਿਸ ਜਿਹੜਾ ਹੈ ਉਹ ਓਪਨ ਹੋਣ ਜਾ ਰਿਹਾ ਬਹੁਤ ਜਲਦੀ ਮੁੰਬਈ ਦੇ ਵਿੱਚ ਤੇ ਦੋ ਇਹਨਾਂ ਦੇ ਦਫ਼ਤਰ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਹੈਗੇ ਨੇ ਤੇ ਮੋਗਾ ਦੇ ਵਿੱਚ ਵੀ ਤੇ ਇੱਕ ਆਫਿਸ ਮੋਗਾ ਦੇ ਵਿੱਚ ਵੀ ਹੈਗਾ। ਤੇ ਤੁਸੀਂ ਨੇੜੇ ਜਿਹੜਾ ਵੀ ਆਫਿਸ ਤੁਹਾਨੂੰ ਪੈਂਦਾ ਹੈ ਉੱਥੇ ਪਹੁੰਚ ਸਕਦੇ ਹੋ, ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਜੇਕਰ ਤੁਸੀਂ ਸਰ ਨੂੰ ਪਰਸਨਲੀ ਮਿਲਣਾ ਹੈ ਅਲੱਗ-ਅਲੱਗ ਆਫਿਸ ਦੇ ਵਿੱਚ ਸਰ ਦੀ ਜਿਹੜੀ ਵਿਜ਼ਿਟ ਆ ਉਹ ਸਮੇਂ ਟੂ ਸਮੇਂ ਹੁੰਦੀ ਹੈ। ਬਾਕੀ ਫਿਲਹਾਲ ਜੇ ਜਲਦੀ ਮਿਲਣਾ ਹੈ ਤਾਂ ਤੁਸੀਂ ਟਿਊਜ਼ਡੇ ਵਾਲੇ ਦਿਨ ਚੰਡੀਗੜ੍ਹ ਆਫਿਸ ਦੇ ਵਿੱਚ ਆ ਸਕਦੇ ਹੋ। ਤੇ ਹੁਣ ਸੈਮੀਨਾਰ ਵੀ ਨੋਟ ਕਰ ਲਓ। 12 ਤਰੀਕ ਤੋਂ ਸੈਮੀਨਾਰ ਦੀ ਲੜੀ ਸ਼ੁਰੂ ਹੋ ਰਹੀ ਹੈ ਤੇ 24 ਤਰੀਕ ਤੱਕ ਇਹ ਲੜੀ ਲਗਾਤਾਰ ਚੱਲਣੀ ਹੈ। 12 ਸਤੰਬਰ ਮੋਗਾ ਸ਼ਹਿਰ ਨੋਟ ਕਰ ਲਓ। ਤੁਹਾਡੇ ਸ਼ਹਿਰ ਪਾਇਨੀਅਰ ਇਮੀਗ੍ਰੇਸ਼ਨ ਦੀ ਐਕਸਪਰਟ ਟੀਮ ਆ ਰਹੀ ਹੈ। ਸਰ ਖੁਦ ਆ ਰਹੇ ਨੇ। ਮੁਲਾਕਾਤ ਕਰਨਾ ਚਾਹੁੰਦੇ ਹੋ, ਗੱਲਬਾਤ ਕਰਨਾ ਚਾਹੁੰਦੇ ਹੋ, ਉੱਥੇ ਬਹਿ ਕੇ ਔਨ ਦਾ ਸਪੋਟ ਅਸੈਸਮੈਂਟ ਲੈ ਕੇ ਤੁਸੀਂ ਆਪਣਾ ਜਿਹੜਾ ਕਿਸੇ ਵੀ ਕੰਟਰੀ ਜਾਣ ਦਾ ਡਰੀਮ ਹੈ ਪੂਰਾ ਕਰ ਸਕਦੇ ਹੋ। 12 ਸਤੰਬਰ ਮੋਗਾ, 13 ਸਤੰਬਰ ਫਿਰੋਜ਼ਪੁਰ, 14 ਸਤੰਬਰ ਨੂੰ ਸੁਲਤਾਨਪੁਰ, 15 ਸਤੰਬਰ ਸ਼੍ਰੀ ਅੰਮ੍ਰਿਤਸਰ ਸਾਹਿਬ, 16 ਸਤੰਬਰ ਨੂੰ ਹੈ ਜੀ ਜਲੰਧਰ, 19 ਸਤੰਬਰ ਨੂੰ ਲੁਧਿਆਣਾ, 20 ਸਤੰਬਰ ਨੂੰ ਬਰਨਾਲਾ, 21 ਸਤੰਬਰ ਬਠਿੰਡਾ, 22 ਸਤੰਬਰ ਨੂੰ ਪਟਿਆਲਾ ਤੇ 24 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ। ਸੋ ਇਹ ਜਿਹੜੀਆਂ ਡਿਟੇਲਸ ਹੈ ਇਹਨਾਂ ਨੂੰ ਤੁਸੀਂ ਨੋਟ ਕਰਨਾ। ਬਾਕੀ ਜੇ ਤੁਹਾਡੇ ਕੋਈ ਚੀਜ਼ ਸਕਿਪ ਕਰ ਗਈ ਹੈ ਤਾਂ ਤੁਸੀਂ ਸਾਡਾ ਸਾਰਾ ਦਾ ਸਾਰਾ ਪ੍ਰੋਗਰਾਮ ਫੇਸਬੁੱਕ, YouTube ਔਰ ਇੰਸਟਾਗ੍ਰਾਮ ਪੇਜ ਦੇ ਉੱਪਰ ਵੀ ਦੇਖ ਸਕਦੇ ਹੋ। ਇਹਨਾਂ ਨੰਬਰਸ ਦੇ ਉੱਪਰ ਕਾਲ ਕਰਕੇ ਆਪਣਾ ਸਲੋਟ ਬੁੱਕ ਕਰਵਾ ਸਕਦੇ ਹੋ ਤਾਂ ਕਿ ਭੀੜ ਦੇ ਵਿੱਚ ਬਹੁਤਾ ਇੰਤਜ਼ਾਰ ਨਾ ਕਰਨਾ ਪਵੇ ਔਰ ਜਲਦੀ ਤੁਹਾਡੀ ਵਾਰੀ ਆ ਜਾਏ। ਸੋ ਗੱਲਬਾਤ ਜਿਹੜੀ ਹੈ ਹੁਣ ਸ਼ੁਰੂ ਕਰਾਂਗੇ। ਕੈਨੇਡਾ ਲੇਟੈਸਟ ਅਪਡੇਟਸ ਜਿਹੜੀਆਂ ਨੇ ਉਹਨਾਂ ਦੀ ਗੱਲ ਕਰਨਾ ਚਾਹੂੰਗੀ। 10 ਤਰੀਕ ਤੋਂ ਪਹਿਲਾਂ ਜਦੋਂ ਆਉਣਾ ਸੀਗਾ ਖਬਰ ਆਈ ਕਿ ਜਿਹੜੇ ਚੇਂਜਸ ਹੈ ਉਹ 10 ਤਰੀਕ ਨੂੰ ਇੰਪਲੀਮੈਂਟ ਹੋ ਜਾਣਗੇ। ਉਸ ਤੋਂ ਬਾਅਦ ਫਿਰ ਖਬਰਾਂ ਆਈਆਂ। ਕੁਝ ਚੀਜ਼ਾਂ ਬੜੀਆਂ ਕਨਫਿਊਜ਼ਿੰਗ ਭਰੀਆਂ ਸੀਗੀਆਂ ਕਿ ਕਿਸ ਤਰੀਕੇ ਨਾਲ ਹੋਏਗੀ, ਕਦੋਂ ਹੋਏਗੀ। ਉਸ ਤੋਂ ਬਾਅਦ ਹਾਈ ਕਮਿਸ਼ਨ ਦੀ ਵੈਬਸਾਈਟ ਦੇ ਉੱਪਰ ਵੀ ਕੰਮ ਉਸ ਤਰੀਕੇ ਨਾਲ ਨਹੀਂ ਹੋ ਪਾ ਰਿਹਾ ਸੀ ਜਾਂ ਲੋਕਾਂ ਨੂੰ ਕਰਨਾ ਨਹੀਂ ਆ ਰਿਹਾ ਸੀ। ਮੈਂ ਪ੍ਰੋਪਰ ਮਾਜਰਾ ਸਮਝਣਾ ਚਾਹੂੰਗੀ ਕੀ ਪ੍ਰੋਬਲਮ ਆਈ, ਕਿਉਂ ਆਈ ਐਂਡ ਤੁਹਾਡੇ ਕੋਲ ਰਾਈਟ ਨਾਓ ਸੋਲਿਊਸ਼ਨ ਹੈ ਕਿ ਇੱਕ ਮੋਡਿਊਲ 5.5 ਨੂੰ ਤੁਸੀਂ ਸੁਜੈਸਟ ਕਰਦੇ ਹੋ ਕੈਨੇਡਾ ਸਟੱਡੀ ਵੀਜ਼ਾ। ਬਿਲਕੁਲ। ਦੇਖੋ, ਮਈ ਫਸਟ ਵੀਕ ਦੇ ਵਿੱਚ ਇਹ ਲਾ ਪਾਸ ਕਰ ਦਿੱਤਾ ਗਿਆ ਔਰ ਰੂਲ ਰੈਗੂਲੇਸ਼ਨ ਦੇ ਵਿੱਚ ਇਹ ਪਾਸ ਹੋ ਗਿਆ ਕਿ ਓਵਰਆਲ 6 ਦੇ ਨਾਲ ਜਿਹੜਾ ਹੈ SDS ਦੇ ਵਿੱਚ ਫਾਈਲ ਲਗਾਈ ਜਾ ਸਕੇਗੀ। ਮਤਲਬ ਇਹ ਕਿ ਜੁਲਾਈ 2018 ਤੋਂ ਪਹਿਲਾਂ SPP ਸਟੂਡੈਂਟ ਪਾਰਟਨਰਸ ਪ੍ਰੋਗਰਾਮ ਹੁੰਦਾ ਸੀਗਾ ਔਰ ਓਵਰਆਲ 6 ਨਾਟ ਲੈਸ ਦੈਨ 5.5 ਵੀ ਚੱਲਦੇ ਸੀਗੇ ਜਿਹੜੇ SPP ਦੇ ਵਿੱਚ ਜਿਹੜੀ ਪ੍ਰੈਫਰਡ ਕੈਟੇਗਰੀ ਸੀਗੀ ਜਿਹਦਾ ਬਹੁਤ ਥੋੜ੍ਹਾ 2-3-4 ਹਫ਼ਤੇ ਜਿਹੜਾ ਪ੍ਰੋਸੈਸਿੰਗ ਟਾਈਮ, ਹਾਈ ਸਕਸੈਸ ਰੇਟ। ਜੁਲਾਈ 2018 ਦੇ ਵਿੱਚ SDS ਕੈਟੇਗਰੀ ਜਿਹੜੀ ਹੈ ਬਣਾ ਦਿੱਤੀ ਗਈ। SPP ਨੂੰ ਕਨਵਰਟ ਕਰਕੇ 6 ਈਚ ਵਾਲੇ ਹੀ SDS ਕੈਟੇਗਰੀ 'ਚ ਅਪਲਾਈ ਕਰ ਸਕਦੇ ਸੀ। ਹਾਲਾਂਕਿ 5.5 ਅਗਰ ਕਿਸੇ ਮੋਡਿਊਲ ਦੇ ਵਿੱਚ ਸੀਗੇ ਤਾਂ ਫਿਰ ਉਹ ਜਨਰਲ ਕੈਟੇਗਰੀ 'ਚ ਅਪਲਾਈ ਕਰ ਸਕਦੇ ਸੀ ਔਰ ਵੀਜ਼ੇ ਵੀ ਆ ਰਹੇ ਸੀਗੇ। ਜੁਲਾਈ 2021 ਤੱਕ ਵੀਜ਼ੇ ਆਏ ਔਰ ਉਸ ਤੋਂ ਬਾਅਦ ਜੁਲਾਈ 2021 ਤੋਂ ਬਾਅਦ 6 ਈਚ ਵਾਲਿਆਂ ਦੇ ਵੀਜ਼ੇ ਆਏ। 5.5 ਅਗਰ ਕਿਸੇ ਮੋਡਿਊਲ ਵਿੱਚ ਸੀਗੇ ਤਾਂ ਵੀਜ਼ਾ ਜਿਹੜਾ ਸਕਸੈਸ ਰੇਟ 5-10% ਬਹੁਤ ਹੀ ਜ਼ਿਆਦਾ ਲੋ। ਲੇਕਿਨ ਹੁਣ ਜਿਹੜਾ ਮਈ ਫਸਟ ਵੀਕ ਵਿੱਚ ਜਿਹੜਾ ਨਵਾਂ ਰੂਲ ਕਰ ਦਿੱਤਾ ਉਸ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਸੀ। ਕੈਨੇਡਾ ਟੌਪ ਪ੍ਰੈਫਰਡ ਕੰਟਰੀ ਹੈਗਾ ਮਨਦੀਪ ਜੀ ਔਰ ਹਰ ਕੋਈ ਕੈਨੇਡਾ ਜਾਣਾ ਚਾਹੁੰਦਾ ਹੈਗਾ। ਕੈਨੇਡਾ ਦਾ ਜਿਹੜਾ ਏਰੀਆ ਹੈਗਾ 4 ਟਾਈਮਸ ਦੇ ਕਰੀਬ ਹੈਗਾ ਇੰਡੀਆ ਦਾ, ਇੰਡੀਆ ਦੇ ਮੁਕਾਬਲੇ। ਔਰ ਉਹਨਾਂ ਦੀ ਜਿਹੜੀ ਪਾਪੂਲੇਸ਼ਨ ਹੈਗੀ ਕੈਨੇਡਾ ਦੀ 4 ਕਰੋੜ ਹੈਗੀ ਜਿਹੜੀ ਕਿ ਇੰਡੀਆ ਦੀ 140 ਕਰੋੜ ਹੈਗੀ ਹੈ। ਸੋ ਬਿਗ ਡਿਫਰੈਂਸ। ਔਰ ਬਹੁਤ ਕੈਨੇਡਾ ਦੇ ਵਿੱਚ ਲੈਂਡ ਪਈ ਹੈਗੀ ਹੈ ਟੂ ਬੀ ਡਿਵੈਲਪਡ ਦਾ ਮਤਲਬ ਡਿਵੈਲਪ ਹੋਣ ਵਾਲਾ ਹੈਗਾ। ਬਹੁਤ ਸਾਰੇ ਸਿਟੀਜ਼ ਦੇ ਵਿੱਚ ਪਾਪੂਲੇਸ਼ਨ ਘੱਟ ਹੈਗੀ ਹੈ ਜਿਹਨੂੰ ਵਧਾਉਣਾ ਚਾਹੁੰਦੇ ਹੈਗੇ ਨੇ ਕੈਨੇਡਾ ਗੌਰਮੈਂਟ। ਔਰ ਮੀਡੀਅਨ ਏਜ ਜਿਹੜੇ ਫੈਕਟਸ ਦੱਸ ਰਹੇ ਆ ਕਿਉਂਕਿ ਕਈ ਚੀਜ਼ਾਂ
ਬੜੀ ਅਜੀਬ ਜੀ ਤਰ੍ਹਾਂ ਦੀ ਖਬਰਾਂ ਵੀ ਲੋਕ ਪਤਾ ਨਹੀਂ ਕਿੰਨਾ ਕਾਰਨਾਂ ਕਰਕੇ ਫੈਲਾ ਦਿੰਦੇ, ਕੋਈ ਹਾਊਸਿੰਗ ਦੀ ਪ੍ਰੋਬਲਮ, ਕੋਈ ਜੌਬਸ ਦੀ ਪ੍ਰੋਬਲਮਸ। ਲੇਕਿਨ ਮੈਂ ਕੈਨੇਡਾ ਦੇ ਵਿੱਚ ਰਹਿੰਦਾ ਹੈਗਾ, ਘਰ ਹੈਗੇ, ਆਪਣੇ ਆਫਿਸਿਸ ਹੈਗੇ ਨੇ 2006 ਤੋਂ, ਔਰ ਬੱਚੇ ਮੇਰੇ ਕੈਨੇਡਾ ਦੇ ਵਿੱਚ ਹੀ ਯੂਨੀਵਰਸਿਟੀ 'ਚ ਡਾਕਟਰੀ ਕਰਦੇ ਪਏ ਨੇ। ਸੋ ਇਹ ਰੀਸੈਂਟਲੀ ਮੈਂ 2 ਮਹੀਨੇ ਕੈਨੇਡਾ ਦੇ ਵਿੱਚ ਰਹਿ ਕੇ ਆਇਆ, ਆਉਂਦਾ ਜਾਂਦਾ ਰਹਿੰਦਾ ਹੈਗਾ। ਸਸਕੈਚੁਅਨ ਦੇ ਵਿੱਚ ਮੇਰੀ ਰੈਜ਼ੀਡੈਂਸ ਹੈਗੀ ਹੈ। ਸੋ ਇਹੋ ਜਿਹੇ ਬੜੇ ਸਾਰੇ ਏਰੀਆਜ਼ ਨੇ ਜਿੱਥੇ ਡਿਵੈਲਪਮੈਂਟ ਹੋਣ ਵਾਲੀ ਹੈਗੀ ਹੈ, ਔਰ ਪਾਪੂਲੇਸ਼ਨ ਦੀ ਐਡਜਸਟਮੈਂਟ ਦੇ ਚਾਂਸਿਸ ਹੈਗੇ ਨੇ। ਔਰ ਇੰਨੇ ਜਿਹੜੇ ਸਟੂਡੈਂਟ, ਮੀਡੀਅਨ ਏਜ ਜਿਹੜੀ ਕੈਨੇਡਾ ਦੀ ਉਹ 55 ਈਅਰਸ ਹੈਗੀ ਹੈ, ਜਿਸ ਕਰਕੇ ਜਿਹਦਾ ਮਤਲਬ ਹੈ ਕਿ ਜ਼ਿਆਦਾਤਰ ਲੋਕ 55 ਈਅਰਸ ਦੇ ਨੇੜੇ ਹੈਗੇ ਨੇ। ਔਰ ਕੈਨੇਡਾ ਗੌਰਮੈਂਟ ਨੂੰ ਜਿਹੜੇ ਟੈਕਸਿਸ ਕਲੈਕਟ ਕਰਨ ਵਾਸਤੇ ਔਰ ਉਹਨਾਂ ਜਿਹੜੇ ਏਜਿੰਗ ਪਾਪੂਲੇਸ਼ਨ ਨੂੰ ਓਲਡ ਏਜ ਪੈਨਸ਼ਨ ਜਿਹੜੀ ਕੈਨੇਡਾ ਗੌਰਮੈਂਟ ਦਿੰਦੀ ਆ ਉਹ ਦੇਣ ਵਾਸਤੇ, ਔਰ ਇਕੋਨਮੀ ਨੂੰ ਬੂਸਟ ਕਰਨ ਵਾਸਤੇ ਯੰਗ ਪਾਪੂਲੇਸ਼ਨ ਦੀ ਜ਼ਰੂਰਤ ਹੈਗੀ ਹੈ, ਜਿਸ ਦੇ ਕਰਕੇ ਕੈਨੇਡਾ ਗੌਰਮੈਂਟ ਨੇ ਖਾਸ ਤੌਰ 'ਤੇ ਸਟੂਡੈਂਟ ਵੀਜ਼ਾ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ, ਜਿਸ ਦੇ ਵਿੱਚ ਯੰਗ ਸਟੂਡੈਂਟਸ ਜਿਹੜੇ ਪੜ੍ਹੇ ਲਿਖੇ ਬੱਚੇ, ਯੰਗ ਜਿਹੜੇ ਗ੍ਰੇਡ 12 ਜਾਂ ਗ੍ਰੈਜੂਏਟਸ ਜਾ ਰਹੇ ਨੇ, ਔਰ ਉਹਨਾਂ ਨੂੰ ਬੜੇ ਦਰਵਾਜ਼ੇ ਖੁੱਲ੍ਹੇ ਨੇ ਔਰ ਬਹੁਤ ਜ਼ਿਆਦਾ ਹਾਈ ਸਕਸੈਸ ਰੇਟ, ਜਿਸ ਦੇ ਕਰਕੇ 6 ਈਚ ਤੋਂ ਵੀ ਘਟਾ ਕੇ ਹੋਰ ਦਰਵਾਜ਼ੇ ਖੋਲ੍ਹ ਦੇਣ ਦਾ ਮਤਲਬ ਇਹ ਕਿ ਓਵਰਆਲ 6 ਜਿਹੜਾ 6 ਈਚ ਦੇ ਬਜਾਏ ਬੜੇ ਸਾਰੇ ਸਟੂਡੈਂਟਸ, ਇਹ ਜਿਹੜੀ ਹੈ ਜੁਲਾਈ 2021 ਤੋਂ ਬਾਅਦ ਜਿਹੜੇ ਸਕਸੈਸ ਰੇਟ ਘਟਿਆ, ਬੱਚਿਆਂ ਨੂੰ ਬੜੀ ਤਕਲੀਫ ਆ ਰਹੀ ਸੀਗੀ ਕਿ 6 ਈਚ ਜਿਨ੍ਹਾਂ ਦੇ ਨਹੀਂ ਆ ਪਾ ਰਹੇ ਸੀਗੇ, 5.5 ਇਨ 1 ਮੋਡਿਊਲ ਔਰ 2 ਮੋਡਿਊਲ ਸੀਗੇ, ਉਹ ਕੈਨੇਡਾ ਦੇ ਵਿੱਚ ਅਪਲਾਈ ਨਹੀਂ ਕਰ ਸਕਦੇ ਸੀ ਜਾਂ ਕਰ ਤਾਂ ਸਕਦੇ ਸੀ ਲੇਕਿਨ ਵੀਜ਼ਾ ਨਹੀਂ ਆਉਂਦਾ ਸੀ। ਰਾਈਟ। ਸੋ ਇਹ ਜਿਹੜੇ ਹੁਣ ਜਿਹੜਾ ਇਹ ਮਈ ਦੇ ਵਿੱਚ ਕੀਤਾ ਤੇ ਕੈਨੇਡਾ ਗੌਰਮੈਂਟ ਨੇ, ਕੈਨੇਡਾ ਅੰਬੈਸੀ ਨੇ ਇਹ ਕਹਿ ਦਿੱਤਾ ਕਿ 3 ਮਹੀਨੇ ਬਾਅਦ ਦਾ ਮਤਲਬ 10 ਅਗਸਤ ਤੋਂ ਬਾਅਦ ਓਵਰਆਲ 6 ਚਾਹੀਦੇ ਨੇ, ਮਿਨੀਮਮ ਦੀ ਕੋਈ ਰਿਕੁਆਇਰਮੈਂਟ ਨਹੀਂ, ਕੋਈ ਪ੍ਰੋਬਲਮ ਨਹੀਂ, ਭਾਵੇਂ 5.5 ਹੋਣ ਜਾਂ 1 ਮੋਡਿਊਲ ਵਿੱਚ 2 ਮੋਡਿਊਲ ਵਿੱਚ ਕੋਈ ਪ੍ਰੋਬਲਮ ਨਹੀਂ। ਦੂਸਰਾ, PTE ਵੀ ਜਨਰਲ ਕੈਟੇਗਰੀ 'ਚ ਹੁੰਦੀ ਸੀ, ਉਸ ਦੇ ਨਾਲ ਵੀਜ਼ਾ ਸਕਸੈਸ ਰੇਟ ਬਹੁਤ ਲੋ ਹੁੰਦਾ ਸੀ। 10 ਅਗਸਤ ਤੋਂ ਬਾਅਦ ਰੂਲ ਹੋ ਗਿਆ ਕਿ PTE ਵੀ ਜਿਨ੍ਹਾਂ ਨੇ ਕੀਤੀ ਹੋਏਗੀ ਉਹ SDSC 'ਚ ਫਾਈਲ ਲੱਗੇਗੀ, ਟੋਫਲ ਜਿਨ੍ਹਾਂ ਨੇ ਕੀਤੀ ਹੋਏਗੀ ਉਹ ਵੀ SDSC 'ਚ ਫਾਈਲ ਲੱਗੇਗੀ, ਔਰ ਉਸ ਦੇ ਵਿੱਚ ਵੀ PTE ਦੇ ਵਿੱਚ 60 ਓਵਰਆਲ ਦੀ ਰਿਕੁਆਇਰਮੈਂਟ ਹੈਗੀ, ਮਿਨੀਮਮ ਦੀ ਰਿਕੁਆਇਰਮੈਂਟ ਨਹੀਂ ਹੈਗੀ ਕੋਈ, ਔਰ ਇਸੇ ਤਰ੍ਹਾਂ ਟੋਫਲ ਦੇ ਵਿੱਚ ਵੀ ਓਵਰਆਲ ਦੀ ਰਿਕੁਆਇਰਮੈਂਟ ਹੈਗੀ ਹੈ ਔਰ ਮਿਨੀਮਮ ਦੀ ਰਿਕੁਆਇਰਮੈਂਟ ਨਹੀਂ ਹੈਗੀ। ਬਹੁਤ ਜ਼ਬਰਦਸਤ ਅੱਛੀ ਨਿਊਜ਼ ਹੈਗੀ। ਔਰ ਬਾਅਦ ਦੇ ਵਿੱਚ ਪ੍ਰੋਬਲਮ ਕੀ, ਪਹਿਲਾਂ ਅੰਬੈਸੀ ਦੀ ਵੈਬਸਾਈਟ 'ਤੇ ਕੁਝ ਕਨਫਿਊਜ਼ਿੰਗ ਲੈਂਗੁਏਜ ਦੇ ਵਿੱਚ ਸੀਗਾ ਕਿ ਬੜੇ ਸਾਰੇ ਕੰਸਲਟੈਂਟਸ ਨੂੰ ਇਹ ਭੁਲੇਖਾ ਸੀਗਾ ਕਿ ਓਵਰਆਲ 6 ਚੱਲ ਜਾਏਗਾ ਔਰ ਮਿਨੀਮਮ 5.5 ਚੱਲ ਜਾਏਗਾ, ਜਾਂ ਕਿ 6 ਈਚ ਹੀ ਜਿਹੜਾ ਹੈ ਉਹ ਰਹੇਗਾ ਔਰ PTE ਨੂੰ ਇਨਕਲੂਡ ਕਰ ਦਿੱਤਾ ਗਿਆ। ਇਹ ਕਨਫਿਊਜ਼ਿੰਗ ਸੀਗੀ। ਲੇਕਿਨ ਮੈਂ ਮਈ ਤੋਂ ਬਾਅਦ ਬੜੇ ਸਾਰੇ ਲਾਈਵ ਸੈਸ਼ਨ, ਬੜੇ ਸਾਰੇ ਇੰਟਰਵਿਊਜ਼ ਤੇ ਮੇਰੇ ਜਿਹੜੇ ਫੇਸਬੁੱਕ, ਇੰਸਟਾਗ੍ਰਾਮ, YouTube ਚੈਨਲ 'ਤੇ ਹੈਗਾ ਸਾਰਾ, ਕਿ ਉਦੋਂ ਹੀ ਮੈਂ ਡਿਕਲੇਅਰ ਕਰ ਦਿੱਤਾ ਸੀਗਾ ਕਿ ਇਹ ਓਵਰਆਲ ਕਰ ਦਿੱਤਾ ਗਿਆ ਹੈਗਾ। ਲੇਕਿਨ ਬਹੁਤ ਸਾਰੇ ਲੋਕਾਂ ਨੂੰ ਕਨਫਿਊਜ਼ਨ, ਔਰ 10 ਅਗਸਤ ਤੋਂ ਬਾਅਦ ਅੰਬੈਸੀ ਨੂੰ ਪਤਾ ਲੱਗਿਆ ਕਿ ਬੜੇ ਸਾਰੇ ਕੰਸਲਟੈਂਟਸ ਵਿੱਚ ਕਨਫਿਊਜ਼ਨ ਹੈਗੀ ਹੈ, ਤੇ ਉਸ ਨੂੰ ਲੈਂਗੁਏਜ ਨੂੰ ਹੋਰ ਜ਼ਿਆਦਾ ਕਲੀਅਰ ਕਰਕੇ ਉੱਥੇ ਲਿਖ ਦਿੱਤਾ ਗਿਆ ਕਿ ਓਵਰਆਲ 6 ਦੀ ਰਿਕੁਆਇਰਮੈਂਟ ਹੈ, ਮਿਨੀਮਮ ਦੀ ਕੋਈ ਰਿਕੁਆਇਰਮੈਂਟ ਨਹੀਂ, ਜਿਹਦੇ ਵਿੱਚ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋ ਗਿਆ। ਸੋ ਇਹ ਜਿਹੜਾ ਉਸ ਤੋਂ ਬਾਅਦ ਕੀ ਹੈ ਕਿ ਹੁਣ ਤੱਕ ਵੀ ਅੰਬੈਸੀ ਦੇ ਜਿਹੜੀ ਪੋਰਟਲ ਹੈਗਾ ਜਿੱਥੇ ਅਸੀਂ ਫਾਈਲ ਸਬਮਿਟ ਕਰਦੇ ਹਾਂ, ਉੱਥੇ ਹੁਣ ਤੱਕ ਵੀ ਇਸ ਤਰ੍ਹਾਂ ਦਾ ਕੋਈ ਲਿਖ ਕੇ ਨਹੀਂ ਆਇਆ ਕਿ ਕਿੰਨੇ ਬੈਂਡ ਨੇ ਜਾਂ 5.5 ਵਾਲਾ ਲਗਾ ਸਕਦਾ ਹੈ। ਹੁਣ ਤੱਕ ਵੀ ਉੱਥੇ ਇਹ ਪੁੱਛਦਾ ਹੈ ਕਿ 6 ਈਚ ਹੈਗੇ ਨੇ। ਪਰ ਸਾਡੀ ਅੰਬੈਸੀ ਨਾਲ ਗੱਲ ਹੋਈ ਕਿ ਇਹ ਪ੍ਰੋਬਲਮ ਆ ਰਹੀ ਹੈ, ਤੇ ਉਹਨਾਂ ਨੇ ਉਸ ਦਾ ਹੱਲ ਕਰ ਦਿੱਤਾ ਕਿ ਜੇ ਭਾਵੇਂ ਤੁਹਾਡੇ 5.5 ਨੇ, ਓਵਰਆਲ 6 ਨੇ, 6 ਈਚ ਨਹੀਂ ਹੈਗੇ, ਫਿਰ ਵੀ ਜਦੋਂ ਪੁੱਛਦਾ 6 ਈਚ ਹੈਗੇ ਨੇ ਤਾਂ ਤੁਸੀਂ ਯੈਸ ਕਰ ਦਿਓ, ਔਰ ਯੈਸ ਕਰਕੇ ਫਿਰ ਉਹ ਡਾਕੂਮੈਂਟ ਕਰਦਾ। ਆਈਲੈਟਸ ਮੰਗਦਾ ਹੈਗਾ ਕਿਉਂਕਿ PTE ਔਰ ਟੋਫਲ ਅਲਾਊਡ ਨਹੀਂ ਸੀਗੇ ਉਸ ਟਾਈਮ, ਔਰ ਅਗਰ ਉਹ ਆਈਲੈਟਸ ਮੰਗਦਾ ਫਿਰ ਵੀ ਤੁਹਾਨੂੰ ਅਲਾਊਡ ਹੈਗਾ ਕਿ ਤੁਸੀਂ PTE ਔਰ ਟੋਫਲ ਦਾ ਡਾਕੂਮੈਂਟ ਅਪਲੋਡ ਕਰ ਦਿਓ। ਅਸੀਂ ਉਹ ਸਾਰੀ ਫਾਈਲਾਂ ਨੂੰ ਜਿਸ ਤਰ੍ਹਾਂ ਕਿ ਰੂਲ ਵਿੱਚ ਦੱਸਿਆ ਗਿਆ, ਅੰਬੈਸੀ ਦੀ ਵੈਬਸਾਈਟ ਦੇ ਵਿੱਚ ਦਿੱਤਾ ਗਿਆ ਹੈਗਾ ਕਿ ਅਸੀਂ ਉਹਨਾਂ ਨੂੰ SDS ਕੈਟੇਗਰੀ ਦੇ ਵਿੱਚ ਮੰਨਾਂਗੇ। ਸੋ ਕੋਈ ਕਨਫਿਊਜ਼ਨ ਵਾਲੀ ਗੱਲ ਨਹੀਂ, ਐਵਰੀਥਿੰਗ ਇਜ਼ ਕਲੀਅਰ ਰਹੀ ਨਹੀਂ ਹੈਗੀ। ਰਾਈਟ, ਇਟ ਮੀਨਸ ਕਿ ਕੈਨੇਡਾ ਖੁੱਲੀਆਂ ਬਾਹਾਂ ਨਾਲ ਸਵਾਗਤ ਕਰਨ ਨੂੰ ਰੈਡੀ ਹੈ। ਇੱਥੇ ਤੁਹਾਨੂੰ ਇਸ ਗੱਲ ਦਾ ਫੋਕਸ ਕਰਨ ਦੀ ਲੋੜ ਹੈ ਕਿ ਤੁਸੀਂ ਇੱਕ ਅੱਛਾ ਕੰਸਲਟੈਂਟ, ਸੂਝਵਾਨ ਕੰਸਲਟੈਂਟ ਚੁਣ ਲਓ ਤਾਂ ਤੁਸੀਂ ਪਾਇਨੀਅਰ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਦਾ ਬੈਨੀਫਿਟ ਜਿਹੜਾ ਹੈ ਉਹ ਲੈ ਸਕਦੇ ਹੋ। ਸਰ, ਇੱਕ ਸਵਾਲ ਜਿਹੜਾ ਮੈਂ ਬੜਾ ਹੀ ਨਿਰਪੱਖ ਹੋ ਕੇ ਔਰ ਬੜਾ ਹੀ ਇੱਕ ਸਾਡੇ ਦਰਸ਼ਕਾਂ ਦੇ ਓਪੀਨੀਅਨ ਤੋਂ ਜਾਣਨਾ ਚਾਹੂੰਗੀ ਕਿ ਜਦੋਂ PR ਲੈਣ ਦੀ ਗੱਲ ਹੁੰਦੀ ਹੈ ਵੱਡੇ ਪੱਧਰ ਤੇ, ਜਦੋਂ ਸਾਡੇ ਚਾਹੇ ਨਾਰਥ ਇੰਡੀਆ ਦਾ ਵਿਦਿਆਰਥੀ ਹੈ ਚਾਹੇ ਪੈਨ ਇੰਡੀਆ ਕਿਤੋਂ ਵੀ ਸਟੂਡੈਂਟ ਹੈ, ਜ਼ਿਆਦਾਤਰ ਆਪਾਂ ਦੇਖੀਏ ਤਾਂ 100 ਚੋਂ
70% ਬੱਚਾ ਐਸਾ ਜਿਹੜਾ ਚਾਹੁੰਦਾ ਵੀ ਮੈਨੂੰ ਕੈਨੇਡਾ ਪੀਆਰ ਮਿਲ ਜੇ। ਜਦੋਂ ਪੀਆਰ ਦੀ ਗੱਲ ਹੁੰਦੀ ਹੈ ਤਾਂ ਬਹੁਤ ਸਾਰੇ ਕੰਸਲਟੈਂਟ ਅਲੱਗ ਲੋਕੇਸ਼ਨਸ ਜਿਹੜੀਆਂ ਨੇ ਉਹਨੂੰ ਗਾਈਡ ਕਰਦੇ ਨੇ ਕਿ ਤੂੰ ਆਹ ਪ੍ਰੋਗਰਾਮ ਲੈ ਲੈ, ਇਸ ਲੋਕੇਸ਼ਨ ਤੇ ਚਲ ਜਾ, ਤੈਨੂੰ ਈਜ਼ੀ ਪੀਆਰ ਮਿਲ ਜੂਗੀ। ਉੱਥੇ ਜਾ ਕੇ ਬੱਚੇ ਨੂੰ ਇੱਕ ਬੱਚੇ ਵੱਲੋਂ ਕਈ ਵਾਰੀ ਓਪੀਨੀਅਨ ਹੁੰਦਾ ਹੈ ਕਿ ਬਈ ਹੋ ਸਕਦਾ ਹੈ ਉੱਥੇ ਜਾ ਕੇ ਮੈਨੂੰ ਕੰਮ ਨਾ ਮਿਲੇ ਕਿਉਂਕਿ ਉਹ ਅਨਡਿਵੈਲਪ ਏਰੀਆ ਹੈ। ਉੱਥੇ ਜੇ ਦੂਜੇ ਪਾਸੇ ਆਪਾਂ ਬਰੈਂਪਟਨ ਟੋਰਾਂਟੋ ਦੀ ਗੱਲ ਕਰ ਲਈਏ ਤਾਂ ਉੱਥੇ ਵੈਸੇ ਹੀ ਨਹੀਂ ਕੰਮ ਮਿਲਦਾ ਕਿਉਂਕਿ ਉੱਥੇ ਰਸ਼ ਪਿਆ ਹੋਇਆ। ਹੁਣ ਇਹ ਅੰਦਰ ਦੀ ਕਹਾਣੀ ਕੀ ਹੈ ਵੀ ਕੰਸਲਟੈਂਟ ਨੂੰ ਉੱਥੇ ਭੇਜ ਕੇ ਜ਼ਿਆਦਾ ਕਮਿਸ਼ਨ ਮਿਲਦਾ ਹੈਗਾ। ਵਾਕਿਆ 'ਚ ਪੀਆਰ ਈਜ਼ੀ ਜਿੰਨਾ ਕਿਹਾ ਜਾਂਦਾ ਹੈ, ਬੱਚੇ ਦੇ ਕੀ ਸਰਵਾਈਵਲ ਜਿੱਦਾਂ ਆਮ ਤੌਰ ਤੇ ਬੱਚਿਆਂ ਨੂੰ ਹੁੰਦਾ ਨਾ ਕਿ ਵੀ ਸਾਲ ਦੀ ਫੀਸ ਘਰਦਿਆਂ ਨੇ ਭੇਜਤੀ, ਖਰਚਾ ਘਰਦਿਆਂ ਨੇ ਦੇ ਦਿੱਤਾ, ਮਾੜਾ ਮੋਟਾ ਅਸੀਂ ਆਪਦੇ ਰਹਿਣ ਸਹਿਣ ਜੋਗਾ ਜਾਂ ਅਗਲੇ ਸਾਲ ਦੀ ਫੀਸ ਜਿਹੜੀ ਹੈ ਉਹ ਪੀਐਸ ਜਿਹੜਾ ਆਪਣੇ ਕੋਲ ਵਰਕਿੰਗ ਰਾਈਟਸ ਨੇ ਉਹਨਾਂ ਦੇ ਥਰੂ ਕੱਢ ਲਈਏ, ਤਾਂ ਕੰਸਲਟੈਂਟ ਦਾ ਬੈਨੀਫਿਟ ਜ਼ਿਆਦਾ ਹੈ ਕਿ ਸਟੂਡੈਂਟ ਦਾ ਬੈਨੀਫਿਟ ਹੈ? ਦੇਖੋ, ਕੰਸਲਟੈਂਟ ਦੀ ਗੱਲ ਕਰੀਏ ਤੇ ਭਾਵੇਂ ਡਾਕਟਰ ਹੀ ਹੈ, ਭਾਵੇਂ ਇਮੀਗ੍ਰੇਸ਼ਨ ਕੰਸਲਟੈਂਸੀ, ਭਾਵੇਂ ਕੋਈ ਮਕੈਨਿਕ ਹੈਗੇ ਨੇ, ਜਦੋਂ ਨੀਅਤ ਨਹੀਂ ਠੀਕ, ਇਸ ਗੱਲ ਦੇ ਬਾਰੇ ਕੋਈ ਗਰੰਟੀ ਨਹੀਂ ਕਿ ਕਿਸ ਦੀ ਨੀਅਤ ਠੀਕ ਹੈ ਕਿਸ ਦੀ ਨਹੀਂ ਠੀਕ ਹੈ। ਇਹ ਤਾਂ ਆਪਾਂ ਨੂੰ ਚੁਣਨਾ ਹੀ ਪੈਣਾ, ਚੈੱਕ ਕਰਨਾ ਪੈਣਾ, ਦੇਖਣਾ ਪੈਣਾ। ਸਾਡੇ ਮਨ ਦੀ ਗੱਲ ਹੈਗੀ ਹੈ, ਜਿਹਦੇ ਸਾਹਮਣੇ ਬੈਠੇ ਹਾਂ ਗੱਲਬਾਤ ਕਰਦੇ ਪਏ, ਸਾਡਾ ਮਨ ਕਹਿੰਦਾ ਵੀ ਬੰਦਾ ਠੀਕ ਹੈ। ਬੜੇ ਸਾਰੇ ਆਪਾਂ, ਮੈਂ ਇੱਕ ਮੋਟੀ ਜਿਹੀ ਗੱਲ, ਮੁੰਡਾ ਕੁੜੀ ਵਿਆਹ ਦਿੰਦੇ ਆਪਾਂ ਮੀਟਿੰਗ ਦੇ ਨਾਲ, ਮੁੰਡਾ ਦੇਖਦੇ ਹਾਂ, ਸਾਨੂੰ ਮੁੰਡਾ ਠੀਕ ਲੱਗਿਆ, ਘਰ ਦੇ ਠੀਕ ਲੱਗੇ, ਤਾਂ ਮੀਟਿੰਗਾਂ ਦਾ ਮਸਲਾ ਸਾਰਾ। ਸੋ ਇਹਦੇ ਵਿੱਚ ਅਗਰ ਕਿਸੇ ਦੀ ਮੈਲ ਇੰਟੈਂਸ਼ਨ ਦਾ ਮਤਲਬ ਨੀਅਤ ਖਰਾਬ ਹੈ, ਉਸ ਦਾ ਕੋਈ ਇਲਾਜ ਨਹੀਂ, ਉਹਨੇ ਤਾਂ ਗੜਬੜਕਾਰੀ ਦੇਣੀ ਹੈ, ਕਿਸੇ ਨਾ ਕਿਸੇ ਨਾਲ ਤਰੀਕੇ ਨਾਲ ਕਰ ਦੇਣੀ, ਉਹ ਸਰੇਆਮ ਵੀ ਕਰ ਦੇਣੀ ਹੈ। ਉਹ ਜਿਹੜੇ ਤੁਸੀਂ ਤਕਰੀਬਨ ਕੋਈ 10 ਲੱਖ ਦੇ ਕਰੀਬ 1 ਸਾਲ ਦੀ ਫੀਸ ਭਰਨੀ ਹੁੰਦੀ ਹੈ ਜਿਹੜੀ SDS ਦੇ ਵਿੱਚ, 6.5 ਲੱਖ ਰੁਪਏ 10,000 ਜਿਹੜੀ ਕੈਨੇਡੀਅਨ ਡਾਲਰ ਜਿਹੜੀ GIC ਦੀ ਭਰਨੀ ਹੈਗੀ ਹੈ। ਮੈਨੂੰ ਰੀਸੈਂਟਲੀ ਜਿਹੜੇ ਤੁਸੀਂ ਸੈਮੀਨਾਰ ਦੀ ਰੇਟ ਦੱਸੀਆਂ, ਇਹਨਾਂ ਦੇ ਵਿੱਚ ਲੋਕ ਹੈਰਾਨ ਹੁੰਦੇ ਆ। ਮੈਂ ਜੈਨੂਅਨਲੀ 1-to-1 ਕਲਾਇੰਟਸ ਦੇ ਨਾਲ ਮੀਟਿੰਗ ਕਰਕੇ ਡਿਸਕਸ਼ਨਸ ਕਰਦਾ। ਬਹੁਤ ਸਾਰੇ ਅਜੀਬ ਤਰ੍ਹਾਂ ਦੇ ਕੇਸਿਸ ਆਉਂਦੇ ਨੇ, ਬੰਦੇ ਨੇ 16 ਲੱਖ ਰੁਪਏ ਉਹਨੂੰ ਕੰਸਲਟੈਂਟ ਨੂੰ ਦੇ ਦਿੱਤੇ, ਲੋ ਜੀ ਫੀਸ ਤੇ GIC ਦੇ। ਔਰ ਮੈਨੂੰ ਪਤਾ ਲੱਗਿਆ ਸੰਗਰੂਰ ਦੇ ਪਾਸੇ ਦਾ ਕੋਈ ਕੰਸਲਟੈਂਟ ਸੀਗੇ, ਉਹ ਤਕਰੀਬਨ ਕੋਈ 70-80 ਬੰਦਿਆਂ ਦੇ ਇਸ ਤਰ੍ਹਾਂ 16 ਲੱਖ ਰੁਪਏ ਇੱਦਾਂ ਹੀ ਇਕੱਠੇ ਕਰਕੇ ਉਹ ਭੱਜ ਗਏ। ਸੋ ਇਹ ਭੱਜਣ ਵਾਲੀਆਂ ਗੱਲਾਂ ਤੇ ਆਮ ਹੀ ਅਖਬਾਰਾਂ ਦੇ ਵਿੱਚ, ਰੇਡੀਓ, ਹਰ ਥਾਂ ਤੇ ਆਪਾਂ ਸੁਣਦੇ ਰਹਿੰਦੇ ਹਾਂ ਇਹ। ਔਰ ਇਹਨਾਂ ਨੇ ਜਿਨ੍ਹਾਂ ਨੇ ਗਲਤ ਕੰਮ ਕਰਨੇ ਆ, ਤੇ ਕੋਈ ਵੀ ਪ੍ਰੋਫੈਸ਼ਨ ਹੋਵੇ, ਉਹਨਾਂ ਨੇ ਆਪਣੇ ਲੁਕੁਨੇ, ਆਪਣੇ ਮੰਤਰ, ਆਪਣੇ ਤਰੀਕੇ ਬਣਾਏ ਹੁੰਦੇ ਨੇ। ਔਰ ਜਿਨ੍ਹਾਂ ਦੀ ਨੀਅਤ ਸਾਫ਼ ਹੈ, ਉਹਨਾਂ ਨੇ ਨੂੰ ਕਹਿੰਦੇ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਰਨਾ ਹੈ, ਔਰ ਲੌਂਗ ਟਰਮ ਕਰਨਾ ਹੈ, ਜ਼ਿਆਦਾ ਲੰਬੇ ਟਾਈਮ ਤੱਕ ਕਰਨਾ ਹੈ, ਆਰਾਮ ਨਾਲ, ਰੈਪੂਟੇਸ਼ਨ ਨਾਲ। ਜਿੱਦਾਂ ਪਾਇਨੀਅਰ ਇਮੀਗ੍ਰੇਸ਼ਨ 2003 ਤੋਂ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ 100% ਓਨੈਸਟ, ਐਥੀਕਲ, ਪ੍ਰੋਫੈਸ਼ਨਲ ਸਰਵਿਸ ਦੇ ਰਿਹਾ, ਸੇਵਾ ਵਾਲਾ ਕੰਮ। ਔਰ ਮੈਂ ਸਮਝਦਾ ਕਿ ਇਹਦੇ 'ਚ ਨੁਕਸਾਨ ਨਹੀਂ ਹੈ, ਭਾਵੇਂ ਥੋੜ੍ਹਾ ਕਮਾ ਲਈਏ, ਲੇਕਿਨ ਜ਼ਿਆਦਾ ਲੰਮੇ, ਅੱਜ ਤਕਰੀਬਨ 20 ਸਾਲ ਹੋ ਗਏ। ਸੋ ਲੋਕਾਂ ਦੀ ਚੁਣਿੰਦਾ ਕੰਪਨੀ। ਸੋ ਇਹ ਜਿਹੜੀਆਂ ਇਹਨਾਂ ਕਰਕੇ, ਜਿਹੜੀ ਤੁਸੀਂ ਕਿਹਾ ਵੀ ਇੱਕ ਕੰਸਲਟੈਂਟ ਦੇ ਬਾਰੇ, ਤਾਂ ਤੁਹਾਨੂੰ ਆਪ ਹੀ ਚੁਣਨਾ ਪੈਣਾ, ਆਪਾਂ ਨੂੰ ਆਪ ਹੀ ਚੁਣਨਾ ਪੈਣਾ। ਲੇਕਿਨ ਬੜੀਆਂ ਸਾਰੀਆਂ ਗੱਲਾਂ ਸਹੀ ਨੇ। ਔਰ ਵੱਡੀ ਇਹ ਗੱਲ ਇਹ ਕਿ ਨੀਅਤ ਦੇ ਇਲਾਵਾ, ਓਨੈਸਟੀ ਦੇ ਇਲਾਵਾ, ਨੌਲੇਜ ਵੀ ਚਾਹੀਦੀ ਹੈ। ਕਿਸੇ ਨੂੰ ਨੌਲੇਜ ਹੋਏਗੀ ਤਾਂ ਹੀ ਦੱਸੇਗਾ ਕਿ ਕੀ ਸਹੀ ਹੈ ਕੀ ਗਲਤ ਹੈ। ਫੋਰ ਐਗਜ਼ਾਮਪਲ ਕਿ 2 ਸਾਲ ਦਾ ਕੋਰਸ, ਆਮ ਤੌਰ 'ਤੇ 90% ਬੱਚੇ 2 ਸਾਲ ਦਾ ਕੋਰਸ ਲੈ ਕੇ ਜਾਂਦੇ ਨੇ। 2 ਸਾਲ ਦੇ ਕੈਨੇਡਾ ਦੀ ਗੱਲ ਦੇ ਵਿੱਚ 2 ਸਾਲ ਦੇ ਕੋਰਸ ਦੀ ਤਕਰੀਬਨ ਕੋਈ 20-22 ਲੱਖ ਰੁਪਏ ਫੀਸ ਹੈ। ਸੋ ਬਹੁਤ ਸਾਰੇ ਕਾਲਜਿਸ, ਬਹੁਤ ਸਾਰੇ ਕੋਰਸਿਸ ਦੇ ਵਿੱਚ 15-16 ਲੱਖ ਰੁਪਏ ਫੀਸ ਹੈ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਿਹੜੇ ਵਿਚਾਰੇ ਅਫੋਰਡ ਨਹੀਂ ਕਰਦੇ, ਉਹਨਾਂ ਨੂੰ ਜਦੋਂ 22 ਲੱਖ ਦੇ ਬਜਾਏ 15-16 ਲੱਖ ਰੁਪਏ ਦਾ ਦੱਸੀਦਾ, ਉਹ ਕਹਿੰਦੇ ਸਾਨੂੰ ਅਸੀਂ ਕੰਸਲਟੈਂਟਸ ਨੂੰ ਮਿਲੇ, ਕਿਸੇ ਨੇ ਕਦੇ ਦੱਸਿਆ ਹੀ ਨਹੀਂ। ਅਤੇ ਉਹ ਬੱਚਿਆਂ ਦਾ ਹੈਲਪ ਕਰਕੇ, ਸਾਡਾ ਤਾਂ ਰੱਬ ਵੀ ਰੱਖਾ। ਔਰ 20 ਸਾਲ ਤੋਂ ਚੱਲਦੀ ਪਈ ਲੰਬਾ ਚੌੜਾ ਕੰਮ ਹੈ। 14-15 ਬ੍ਰਾਂਚਿਸ ਨੇ, 100-150 ਇੰਪਲੋਈਜ਼ ਨੇ, ਬੜੀ ਲੰਬੀ ਚੌੜੀ ਗੱਲ। ਔਰ ਰੱਬ ਦੀ ਮਿਹਰ ਹੈਗੀ ਆ, ਔਰ ਲੋਕਾਂ ਦਾ ਭਰੋਸਾ, ਮਾਣ। ਲੋਕੀ ਇਹ ਕਹਿੰਦੇ ਉੱਥੇ ਚਲੇ ਜਾਓ, ਅੱਖ ਮੀਚ ਕੇ ਚਲੇ ਜਾਓ, ਕੋਈ ਚਿੰਤਾ ਦੀ ਗੱਲ ਹੀ ਨਹੀਂ। ਸੋ ਇਹ ਤਾਂ ਹੈਗੀਆਂ ਨੇ। ਲੇਕਿਨ ਨੌਲੇਜ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਵੀ PR ਬਹੁਤ ਥਾਂ 'ਤੇ ਈਜ਼ੀ ਹੁੰਦੀ ਹੈ, ਇਹ ਗੱਲ ਸਹੀ ਹੈਗੀ ਹੈ। ਸਸਕੈਚੁਅਨ, ਮੈਨੀਟੋਬਾ, ਅਲਬਰਟਾ ਔਰ ਐਟਲਾਂਟਿਕ ਪ੍ਰੋਵਿੰਸਿਸ, ਜਿਸ ਦੇ ਵਿੱਚ ਨਿਊ ਬਰੰਜ਼ਵਿਕ ਔਰ ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ ਔਰ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ, ਇਹ 4 ਪ੍ਰੋਵਿੰਸ। ਇਹ ਸਾਰੀਆਂ ਜਿੰਨੀਆਂ ਵੀ ਪ੍ਰੋਵਿੰਸਿਸ ਦਾ ਮੈਂ ਨਾਂ ਲਿਆ, ਇਸ ਦੇ ਵਿੱਚ ਪੜ੍ਹ ਕੇ ਬੱਚਿਆਂ ਨੂੰ PNP, ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਅੰਦਰ, ਪ੍ਰੋਵਿੰਸ ਇਹ ਕਹਿੰਦੀ ਹੈ ਵੀ ਸਾਡੀ ਪ੍ਰੋਵਿੰਸ 'ਚ ਆ ਕੇ ਸਟੂਡੈਂਟ ਪੜ੍ਹੇਗਾ ਤੇ ਅਸੀਂ ਫਟਾਫਟ ਉਹਦੀ PR ਬੜੀ ਈਜ਼ੀ ਕਰ ਦਾਂਗੇ। ਜਦੋਂ ਕਿ ਓਨਟਾਰੀਓ ਦੀ ਗੱਲ ਕਰੀਏ, ਟੋਰੰਟੋ ਏਰੀਆ, ਬਰੈਂਪਟਨ, ਮਿਸੀਸਾਗਾ, ਟੋਰੰਟੋ, ਜਿਹੜਾ ਓਨਟਾਰੀਓ ਸਟੇਟ ਸਾਰੀ ਹੈਗੀ ਹੈ, ਜਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜ਼ਿਆਦਾਤਰ ਜਿਹੜੇ ਸਿਟੀਜ਼ ਨੇ, ਉਸ ਦੇ ਵਿੱਚ ਖਾਸ ਤੌਰ 'ਤੇ ਸਰੀ, ਵੈਂਕੂਵਰ, ਜਿੱਥੇ ਸਾਡੇ 70-80% ਜਿਹੜੇ ਸਟੂਡੈਂਟਸ ਜਾਣਾ ਚਾਹੁੰਦੇ ਨੇ ਆਪਣੇ, ਕਿਉਂਕਿ ਉੱਥੇ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਨੇ, ਉੱਥੇ ਉਹ PR
ਨਹੀਂ ਹੁੰਦੀ, ਨਾ ਤਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਉਹਨਾਂ ਦੇ ਪੁਆਇੰਟਸ ਬਣਦੇ ਨੇ ਸੌਖੇ, ਔਰ ਨਾ ਹੀ ਉਹਨਾਂ ਦੀ ਪੀਐਨਪੀ ਸਪੋਰਟ ਕਰਦੀਆਂ ਕਿ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਇਸ ਕਰਕੇ ਨਹੀਂ ਕਿਉਂਕਿ ਪ੍ਰੋਵਿੰਸਿਸ ਦੇ ਕੋਲ ਤਾਂ ਪਹਿਲਾਂ ਹੀ ਉੱਥੇ ਭੀੜ ਹੈਗੀ ਆ, ਰਸ ਹੈਗਾ, ਲੋਕ ਬਹੁਤ ਨੇ, ਡੈਂਸਿਟੀ ਬਹੁਤ ਹੈਗੀ ਹੈ, ਅਤੇ ਉਹ ਨਹੀਂ ਚਾਹੁੰਦੇ ਕਿ ਹੋਰ ਜ਼ਿਆਦਾ ਲੋਕ ਆਉਣ, ਉਹਨਾਂ ਨੂੰ ਇਨਫ ਨੇ ਪੀਪਲ ਉੱਥੇ ਆਲਰੇਡੀ। ਸਸਕੈਚਵਨ ਦੀ ਗੱਲ ਕਰੀਏ, ਮੈਂ ਉੱਥੇ ਰਹਿੰਦਾ ਹੈਗਾ ਅਤੇ ਉਹਦੇ ਵਿੱਚ ਤਕਰੀਬਨ ਕੋਈ 1 ਮਿਲੀਅਨ ਦੇ ਕਰੀਬ ਦੀ ਸਾਰੀ ਸਟੇਟ ਦੀ ਜਿਹੜੀ ਸਾਰੀ ਪ੍ਰੋਵਿੰਸ ਦੀ ਆਬਾਦੀ ਹੈਗੀ, ਉਹਨਾਂ ਨੂੰ ਬੰਦਿਆਂ ਦੀ ਲੋੜ ਹੈਗੀ। ਕੰਮ ਦੀ ਜਿਹੜੀ ਗੱਲ ਹੈਗੀ ਹੈ, ਟੋਰੰਟੋ ਏਰੀਆ ਦੇ ਵਿੱਚ ਤਕਰੀਬਨ ਕੋਈ 40-50 ਲੱਖ ਦੀ ਆਬਾਦੀ ਹੈਗੀ ਹੈ, ਔਰ ਕੋਈ ਵੀ ਜਿਹੜਾ ਕੋਈ ਵੀ ਚੇਨ ਲਗਾ ਲਈਏ, ਮੰਨ ਲਓ ਕੋਸਟਕੋ ਲਗਾ ਲਈਏ ਜਾਂ ਵਾਲਮਾਰਟ ਲਗਾ ਲਈਏ, ਉਹਦੇ ਵਿੱਚ 4-5 ਵਾਲਮਾਰਟਸ ਹੈਗੇ, ਜ਼ਿਆਦਾ ਬਿਜ਼ਨਸ ਹੈਗਾ, ਜ਼ਿਆਦਾ ਲੋਕ ਹੈਗੇ ਨੇ ਜੀ। ਲੇਕਿਨ ਸਸਕੈਚਵਨ ਦੀ ਗੱਲ ਕਰੀਏ, ਸੈਸਕਾਟੂਨ ਸਿਟੀ ਦੀ, ਰਜਾਈਨਾ ਸਿਟੀ ਦੀ ਗੱਲ ਕਰ ਲਈਏ, ਉੱਥੇ ਵੀ ਜਿੰਨੇ ਵੀ ਉੱਥੇ ਹਰ ਤਰ੍ਹਾਂ ਦੀ ਫੈਸਿਲਿਟੀ, ਹਰ ਤਰ੍ਹਾਂ ਦੇ ਮਾਲਸ, ਹਰ ਤਰ੍ਹਾਂ ਦੀ ਚੇਂਜ ਹੈਗੀਆਂ ਨੇ। ਕਿਸੇ ਵੀ ਚੀਜ਼ ਤੋਂ ਉਹਨਾਂ ਆਪਣੇ ਜਿਹੜੇ ਰੈਜ਼ੀਡੈਂਟਸ ਨੇ ਉਸ ਸਿਟੀ ਦੇ ਵਿੱਚ ਜਾਂ ਉਸ ਪ੍ਰੋਵਿੰਸ 'ਚ ਜਿਹੜੇ ਲੋਕ ਰਹਿੰਦੇ ਨੇ, ਕੈਨੇਡਾ ਗੌਰਮੈਂਟ ਨਹੀਂ ਚਾਹੁੰਦੀ ਵੀ ਉਹਨਾਂ ਨੂੰ ਕਿਸੇ ਵੀ ਚੀਜ਼ ਤੋਂ ਵਾਂਝਾ ਰੱਖਿਆ ਜਾਵੇ। ਹੈਗਾ ਸਭ ਕੁਛ ਹੈ, ਲੇਕਿਨ ਘੱਟ ਨੇ। ਮੰਨ ਲਓ ਵਾਲਮਾਰਟ ਨੇ 4 ਦੀ ਥਾਂ ਉਸ ਸਿਟੀ 'ਚ 2 ਵਾਲਮਾਰਟ ਨੇ, ਔਰ ਪਾਪੂਲੇਸ਼ਨ ਜਿਹੜੀ ਹੈਗੀ ਹੈ 40 ਲੱਖ 50 ਲੱਖ ਦੀ ਬਜਾਏ 3 ਲੱਖ ਦੀ ਹੈਗੀ ਹੈ। ਸੋ ਉਹਦੇ ਵਿੱਚ ਘੱਟ ਬਿਜ਼ਨਸਿਸ ਹੈਗੇ, ਘੱਟ ਪਾਪੂਲੇਸ਼ਨ ਹੈਗੀ ਹੈ। ਸੋ ਐਸੀ ਕੋਈ ਗੱਲ ਨਹੀਂ ਹੈਗੀ ਕਿ ਲੋਕਾਂ ਨੂੰ ਅਪਰਚੁਨਿਟੀ ਵੱਧ ਹੈਗੀ ਹੈ। ਬਿਲਕੁਲ, ਮੈਂ ਦੇਖੋ ਬਲਕਿ ਇੱਕ ਐਗਜ਼ਾਮਪਲ ਦੇ ਤੌਰ 'ਤੇ ਦੱਸ ਰਿਹਾ ਕਿ ਸਾਰੇ ਕੈਨੇਡਾ ਪਹਿਲੀ ਗੱਲ ਤਾਂ ਉੱਥੇ ਪੜ੍ਹਦੇ ਨੇ ਸਸਕੈਚਵਨ ਜਾਂ ਹੋਰ ਜਿਹੜੀਆਂ ਸਟੇਟਾਂ ਦਾ ਮੈਂ ਨਾਂ ਲਿਆ PR ਲੈਣ ਵਾਸਤੇ, ਔਰ ਦੂਸਰਾ ਜਿਹੜਾ ਹੈ ਕਿਤੇ ਹੋਰ ਵੀ ਚਲੇ ਜਾਂਦੇ ਤਾਂ ਉਹਨਾਂ ਨੂੰ ਉੱਥੇ ਬਾਅਦ ਦੇ ਵਿੱਚ ਜਾ ਕੇ ਪਤਾ ਲੱਗਦਾ ਵੀ ਹੁਣ ਕੀ ਕਰੀਏ, PR ਕਿਵੇਂ ਹੋਏ। PR ਜਦੋਂ ਨਹੀਂ ਹੁੰਦੀ ਫਿਰ ਉਹ ਮੂਵ ਕਰ ਜਾਂਦੇ ਨੇ, ਚਲੇ ਜਾਂਦੇ ਨੇ ਸਸਕੈਚਵਨ ਜਾਂ ਦੂਸਰੀ ਪ੍ਰੋਵਿੰਸਿਸ, ਉੱਥੇ ਜਾ ਕੇ ਐਕਸਪੀਰੀਅੰਸ ਕਰਦੇ ਨੇ, ਕੰਮ ਕਰਦੇ ਨੇ, ਔਰ ਫਿਰ PR ਉੱਥੇ ਲੈਂਦੇ ਨੇ। ਸੋ ਇਹ ਜਿਹੜੀ ਗੱਲ ਹੈ, ਜਨਵਰੀ 2012 ਦੇ ਵਿੱਚ ਮੈਂ ਸੈਸਕਾਟੂਨ ਸਿਟੀ ਸਸਕੈਚਵਨ ਦੇ ਵਿੱਚ ਆਪਣਾ ਆਫਿਸ ਖੋਲ੍ਹਿਆ ਸੀ, ਔਰ ਮੈਂ ਉੱਥੇ ਮੂਵ ਕਰ ਗਿਆ ਸੀ ਘਰ ਲੈ, ਅਤੇ 5 ਸਾਲ ਮੈਂ 2006 ਤੋਂ 2011 ਟੋਰੰਟੋ ਰਿਹਾ, ਔਰ ਜਨਵਰੀ 2012 ਦੇ ਵਿੱਚ ਸੈਸਕਾਟੂਨ ਸਿਟੀ ਸਸਕੈਚਵਨ ਦੇ ਵਿੱਚ ਆਪਣਾ ਹੁਣ ਵੀ ਆਫਿਸ ਹੈਗਾ, ਉੱਥੇ ਘਰ ਹੈਗਾ ਔਰ ਆਫਿਸ ਹੈਗਾ। ਸੋ ਇਹ ਜਿਹੜੇ ਸਟੂਡੈਂਟ ਸਾਰੇ ਉੱਥੇ ਮੂਵ ਕਰਦੇ ਸੀ, ਉੱਥੇ ਆਪਣੇ ਆਫਿਸ ਦੇ ਥਰੂ ਅਸੀਂ PR ਕਰਵਾਉਂਦੇ ਸੀ। ਠੀਕ ਹੈ, ਮਤਲਬ ਇੱਕ ਚੀਜ਼ ਤਾਂ ਇਹ ਹੈ ਵੀ ਤੁਸੀਂ ਜੇ ਚਲੇ ਵੀ ਜਾਂਦੇ ਹੋ ਪ੍ਰਾਈਮ ਲੋਕੇਸ਼ਨ ਦੇ ਉੱਪਰ, ਕੱਲ ਨੂੰ PR ਨਹੀਂ ਹੋਈ ਤਾਂ ਤੁਹਾਨੂੰ ਮੂਵ ਕਰਨਾ ਪਏਗਾ, ਹੈ ਨਾ, ਔਰ ਤੁਹਾਨੂੰ ਉਹ ਜਿਹੜੀ ਸਟਰਗਲ ਭਰੀ ਜ਼ਿੰਦਗੀ ਹੈ ਉੱਥੇ ਉਹ ਸਟਰਗਲ ਨਾਲ ਫੇਸ ਦੁਬਾਰਾ ਕਰਨੀ ਪਏਗੀ। ਜਿਹੜਾ 2 ਸਾਲ ਤੁਸੀਂ ਉਸ ਮੰਨ ਲਓ ਟੋਰੰਟੋ ਚਲੇ ਗਏ, ਉੱਥੇ 2 ਸਾਲ ਰਹੇ ਤੁਸੀਂ, ਉੱਥੇ ਆਪਣਾ ਸਿਸਟਮ ਬਣਾਇਆ, ਸਰਕਲ ਬਣਾਇਆ, ਦੋਸਤ ਬਣਾਏ, ਔਰ ਸਾਰਾ ਇੱਕ ਲਾਈਫ ਸੈਟਲ ਕੀਤੀ। ਬਿਲਕੁਲ ਦੁਬਾਰਾ ਨਵੇਂ ਸਿਰੋਂ ਜਾ ਕੇ ਤੁਸੀਂ ਸਸਕੈਚਵਨ ਹੀ ਜਾਂਦੇ ਹੋ, ਫਿਰ ਜ਼ਿਆਦਾ ਨਵੇਂ ਸਿਰੋਂ ਫਿਰ ਉੱਦਾਂ ਸਾਰਾ ਕੁਝ ਸੈਟਲਮੈਂਟਸ ਕਰਨੀਆਂ ਪੈਂਦੀਆਂ। ਸੋ ਇਹ ਇੰਨੀ ਜ਼ਿਆਦਾ ਨੌਲੇਜ ਹੈਗੀ ਹੈ ਕਿ ਇਟ ਮੇਕਸ ਅ ਬਿਗ ਡਿਫਰੈਂਸ ਕਿ ਤੁਸੀਂ ਦੇਖੋ ਕਿ ਫੀਸ ਘੱਟ ਕਿੱਥੇ ਹੈ, ਵੱਧ ਕਿੱਥੇ ਹੈ, ਔਰ ਕਿਹੜਾ ਕੋਰਸ ਜਿਹਦੇ ਜੌਬ ਪ੍ਰੋਸਪੈਕਟਸ ਜ਼ਿਆਦਾ ਨੇ, ਔਰ ਕੱਲ੍ਹ ਨੂੰ ਜੌਬ ਵੀ ਮਿਲ ਜੇ, ਔਰ ਐਮਪਲੋਇਰਸ ਜ਼ਿਆਦਾ ਹੋਣ, ਕਿਉਂਕਿ ਜੌਬ ਆਫਰ ਦੀ ਜ਼ਰੂਰਤ ਪੈਂਦੀ ਹੈ PR ਲੈਣ ਵਾਸਤੇ। ਰਾਈਟ, ਬਿਲਕੁਲ। ਫਿਰ ਉਹ PNP ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਤੁਹਾਨੂੰ PR ਦੇਣ ਵਾਸਤੇ ਸਪੋਰਟ ਕਰਨ, ਜੌਬਸ ਠੀਕ ਹੋਣ, ਉੱਥੇ ਜੌਬਸ ਦੇ ਚਾਂਸਿਸ ਜ਼ਿਆਦਾ ਹੋਣ। ਸੋ ਦੇਰ ਆਰ ਮੈਨੀ ਫੈਕਟਰਸ। ਔਰ ਤੁਸੀਂ ਦੇਖੋ ਕਿ ਹੋਰ ਇੱਕ ਐਗਜ਼ਾਮਪਲ, ਗੱਲਾਂ ਤਾਂ ਬਹੁਤ ਨੇ। ਟੋਰੰਟੋ ਦੇ ਵਿੱਚ ਕਾਰ ਦਾ ਜਿਹੜਾ ਲਾਇਸੈਂਸ ਦੇ ਕਾਰ ਦਾ ਜਿਹੜੀ ਇੰਸ਼ੋਰੈਂਸ ਹੈਗੀ ਆ $500 ਪਰ ਮੰਥ ਦੀ ਹੈਗੀ ਹੈ। ਠੀਕ ਹੈ। ਜਿਹੜੀ ਕਿ ਸੈਸਕਾਟੂਨ ਦੇ ਵਿੱਚ ਉਸ ਵਕਤ ਜਦੋਂ ਮੈਂ ਜਨਵਰੀ 2012 ਦੇ ਵਿੱਚ ਗਿਆ ਸੀ, ਉਦੋਂ $60-70 ਹੁੰਦੀ ਸੀ, ਅੱਜ $100 ਹੈ। ਇੰਨਾ ਫਰਕ ਸਿੱਧਾ ਆਪਾਂ ਕੀ 5 ਗੁਣੇ ਫਰਕ ਦੇ ਉੱਪਰ। ਕਿਉਂਕਿ ਇਹ ਜਿਹੜੀ ਇੰਸ਼ੋਰੈਂਸ ਹੈ, ਇਹ ਸਾਰੀ ਪ੍ਰਾਈਵੇਟ ਨੇ, ਜਿਹੜੇ ਇੰਸ਼ੋਰਰ ਹੈਗੇ ਨੇ ਜਿੰਨੇ ਵੀ ਜਿਹੜੇ ਓਨਟਾਰੀਓ ਦੇ ਵਿੱਚ ਜਾਂ ਹੋਰ ਬੜੀਆਂ ਸਾਰੀਆਂ ਸਟੇਟਾਂ 'ਚ, ਉਹ ਗੌਰਮੈਂਟ ਦੀ ਹੈਗੀ ਹੈ। ਜਿਹੜੀ ਸਸਕੈਚਵਨ ਦੇ ਵਿੱਚ ਜਿਹੜੀ ਇੰਸ਼ੋਰੈਂਸ ਹੈਗੀ ਹੈ, ਗੱਡੀਆਂ ਦੀ ਜਿਹੜੀ ਇੰਸ਼ੋਰੈਂਸ ਹੈਗੀ ਹੈ, ਉਹ ਗੌਰਮੈਂਟ ਦੀ ਹੈ। ਰਾਈਟ। ਕੰਸਲਟੈਂਟ ਵਧੀਆ ਚੁਣਨਾ ਹੈ। ਜਦੋਂ ਤੁਸੀਂ ਕੰਸਲਟੈਂਟ ਵਧੀਆ ਚੁਣ ਲੈਂਦੇ ਹੋ ਤਾਂ ਗੱਲ ਆ ਕੇ ਫਿਰ ਤੁਹਾਡੇ ਉੱਪਰ ਹੀ ਖੜ ਜਾਂਦੀ ਹੈ, ਕਿਉਂਕਿ ਸਫ਼ਰ ਤੁਹਾਨੂੰ ਹੀ ਕਰਨਾ ਪਏਗਾ। ਇਸ ਤੋਂ ਵਧੀਆ ਮੈਨੂੰ ਲੱਗਦਾ ਕਿ ਇਹ ਡਿਸਕਸ਼ਨ ਸਾਡੀ ਔਨ ਟੇਬਲ ਅਸੀਂ ਬਹਿ ਕੇ ਕਰੀਏ ਤਾਂ ਭਾਵੇਂ ਅਸੀਂ 5 ਘੰਟੇ ਇਸ ਤੇ ਗੱਲ ਕਰ ਲਈਏ ਨਾ, ਤਾਂ ਵੀ ਬਹੁਤ ਸਾਰੇ ਦੇਖੋ ਮਨਦੀਪ ਜੀ ਕਿ ਬੜੇ ਸਾਰੇ ਜਿਸ ਤਰ੍ਹਾਂ ਲੋਕ ਕਹਿੰਦੇ ਜੀ ਉਹਨੇ ਆ ਕਿਹਾ, ਉਹਨੇ ਆ ਕਿਹਾ, ਉਹ ਇਹ ਕਹਿੰਦਾ ਉੱਥੇ ਆ, ਇਹ ਕਹਿੰਦਾ ਉੱਥੇ ਠੀਕ ਰਹੂਗਾ, ਉੱਥੇ ਗਲਤ ਰਹੂਗਾ। ਬੜੀ ਸਾਰੀ ਡਿਸਕਸ਼ਨਾਂ ਕਰਦੇ, 10-15-20 ਮਿੰਟ, ਅੱਧਾ ਘੰਟਾ ਮੈਂ ਕਰ ਸਕਦਾ, ਉਸ ਤੋਂ ਜ਼ਿਆਦਾ ਹੋ ਵੀ ਨਹੀਂ ਪਾਉਂਦੇ। ਉਹੀ ਗੱਲ ਹੈ, ਕਿਉਂਕਿ ਸਾਰਾ ਦਿਨ
ਲਾ ਲਓ, ਲੇਕਿਨ ਬੜੇ ਸਾਰੇ ਲੋਕ ਇੰਨਾ ਜ਼ਿਆਦਾ ਭਰੋਸਾ ਕਰਦੇ ਨੇ। 20 ਸਾਲ ਦੀ ਕੰਪਨੀ 2003 ਤੋਂ ਪਾਇਨੀਅਰ ਇਮੀਗ੍ਰੇਸ਼ਨ, ਰੱਬ ਨੂੰ ਹਾਜ਼ਰ, ਤੇ ਇਹ ਮੰਨ ਕੇ ਕਰਦੇ ਹਾਂ ਅਸੀਂ। ਤੇ ਉਹ ਆ ਕੇ ਇੰਨੀ ਗੱਲ ਕਰਦੇ, ਰਵੀ ਸਰ ਇਹ ਬੱਚੇ ਨੇ ਆਹ ਦੇਖੋ ਜੀ, ਤੁਸੀਂ ਦੇਖ ਲਓ ਬੱਚੇ ਦੀ ਜ਼ਿੰਦਗੀ ਬਣਾਉਣੀ ਹੈਗੀ ਹੈ। ਤੇ ਰੱਬ ਦਾ ਸ਼ੁਕਰ ਹੈ ਕਿ ਅਸੀਂ ਸਾਡਾ ਇਹ ਫੀਲਡ ਜਿਹਦੇ 'ਚ ਬੱਚਿਆਂ ਦੇ ਕਰੀਅਰ ਬਣਾਉਣੇ ਨੇ, ਫੀਲਡ ਬਣਾਉਣਾ, ਇਹ ਜਿਹੜੇ ਕਿਸ ਫੀਲਡ 'ਚ ਭੇਜਣਾ, ਕਿੱਥੇ ਵੀਜ਼ਾ ਲੱਗੂਗਾ, ਕਿਹੜਾ ਸਭ ਤੋਂ ਬੈਸਟ ਹੈ। ਔਰ ਉੱਥੇ ਬੜੇ ਹਜ਼ਾਰਾਂ ਬੱਚੇ ਜਿਹੜੇ ਭੇਜਦੇ ਹਾਂ ਅਸੀਂ ਇੰਨੇ ਸਾਰੇ ਆਫਿਸ ਦੇ ਵਿੱਚ, ਔਰ ਜ਼ਿੰਦਗੀ ਭਰ ਉਹ ਥੈਂਕ ਯੂ ਦੇ ਮੈਸੇਜ ਕਰਦੇ ਰਹਿੰਦੇ ਨੇ, ਜਿਹੜਾ ਕਿ ਸਾਡਾ ਐਕਚੁਅਲ ਰੀਅਲ ਅਚੀਵਮੈਂਟ ਹੈ। ਬਿਲਕੁਲ ਜੀ, ਇਹਨਾਂ ਨੰਬਰਸ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣਾ ਸਾਡਾ ਜਿਹੜਾ ਇੱਕ ਕਹੀਏ ਕਿ ਮੁੱਢ ਕਰਤੱਵ ਹੈ। ਤੇ ਤੁਸੀਂ ਤਸਵੀਰ ਵੀ ਕਲਿੱਕ ਕਰਕੇ ਰੱਖ ਸਕਦੇ ਹੋ। ਸਾਡੇ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਵੀ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਸੋ ਪ੍ਰੋਵਿੰਸ ਜੇਕਰ ਤੁਸੀਂ ਸਰ ਹੁਣਾਂ ਦੀ ਐਡਵਾਈਸ ਦੇ ਨਾਲ ਚੂਜ਼ ਕਰਦੇ ਹੋ, ਬੈਨੀਫਿਟ ਉਹਦੇ ਤੁਹਾਨੂੰ ਅਤਾਹਾ ਮਿਲਣਗੇ। ਅਗਲਾ ਸਵਾਲ ਸਰ ਮੇਰਾ ਇਹ ਹੈ ਕਿ ਅਸੀਂ ਪ੍ਰੋਵਿੰਸ ਦੇ ਨਾਲ, ਮੈਂ ਕੰਪਰੋਮਾਈਜ਼ ਸ਼ਬਦ ਹੁਣ ਇੱਥੇ ਯੂਜ਼ ਨਹੀਂ ਕਰੂੰਗੀ, ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਇਹ ਕੰਪਰੋਮਾਈਜ਼ ਨਹੀਂ ਹੈ, ਤਾਂ ਬੈਨੀਫੀਸ਼ੀਅਲ ਟਰਮ ਹੋ ਗਈ ਸਟੂਡੈਂਟਸ ਦੇ ਲਈ। ਚਲੋ ਜੀ, ਹੁਣ ਅਸੀਂ ਥੋੜੀ ਜਿਹੀ ਸਸਕੈਚੁਅਨ ਆ ਜਾਂਦੇ ਹਾਂ, ਨੋਵਾ ਸਕੋਸ਼ੀਆ ਆ ਜਾਂਦੇ ਹਾਂ, ਪ੍ਰਿੰਸ ਐਡਵਰਡ ਲੈਂਡ ਆ ਜਾਂਦੇ ਹਾਂ। ਉੱਥੇ ਕੀ ਉਹਨੇ ਵੱਡੇ ਪੱਧਰ ਦੇ ਉੱਪਰ ਯੂਨੀਵਰਸਿਟੀਜ਼ ਕੋਰਸ ਅਵੇਲੇਬਲ ਹੈਗੇ ਨੇ ਅਕੋਰਡਿੰਗ ਟੂ ਆਰ ਸਟਰੀਮਸ, ਚਾਹੇ ਆਰਟਸ ਦਾ ਬੱਚਾ ਹੈ ਚਾਹੇ ਸਾਇੰਸ ਦਾ ਬੱਚਾ ਹੈ, ਪ੍ਰੋਗਰਾਮਸ ਮਿਲ ਜਾਣਗੇ। ਐਂਡ ਜੇਕਰ ਅਸੀਂ ਪ੍ਰੋਗਰਾਮ ਚੂਜ਼ ਕਰਨਾ ਹੈ ਤਾਂ ਪਲੀਜ਼ ਇਹ ਵੀ ਸਾਨੂੰ ਜ਼ਰੂਰ ਸਮਝਾਓ ਕਿ ਸਟੂਡੈਂਟ ਨੂੰ 2 ਸਾਲਾਂ ਦਾ ਪ੍ਰੋਗਰਾਮ ਲੈਣਾ ਚਾਹੀਦਾ, 3 ਦਾ ਲੈਣਾ ਚਾਹੀਦਾ, 4 ਦਾ ਲੈਣਾ ਚਾਹੀਦਾ, ਪੀਜੀ ਪ੍ਰੋਗਰਾਮ ਕਿਸ ਤਰੀਕੇ ਦਾ ਲੈਣਾ ਚਾਹੀਦਾ ਹੈ, ਕਿ ਇਹ ਵੀ ਸਿਰਫ ਸਾਨੂੰ ਇਹੀ ਦੇਖਣ ਦੀ ਜ਼ਰੂਰਤ ਹੈ ਵੀ ਪੀਆਰ ਆ ਪ੍ਰੋਗਰਾਮ 'ਚ ਮਿਲ ਜੂਗੀ ਤੇ ਅਸੀਂ ਆਹ ਲੈ ਲੈਂਦੇ ਹਾਂ, ਕਿ ਉਸ ਜਗ੍ਹਾ ਦੇ ਉੱਪਰ ਕੋਈ ਹੋਰ ਫਿਊਚਰ ਪਰਸਪੈਕਟਿਵ ਨੂੰ ਮੱਦੇ ਨਜ਼ਰ ਰੱਖ ਕੇ ਵੀ ਕੋਈ ਅਲੱਗ ਤੋਂ ਪਾਥ ਹੈਗਾ ਜਿਹੜਾ ਸੁਜੈਸਟ ਕਰੋਗੇ? ਦੇਖੋ, ਗੱਲ ਇਹ ਹੈ ਕਿ ਤੁਸੀਂ ਗੱਲਾਂ ਕੁਐਸਚਨ ਇੰਨੇ ਸਾਰੇ ਕਰ ਦਿੱਤੇ, ਇਕੱਠੇ ਕਰ ਲਏ। ਹਾਂਜੀ, ਇਕੱਠੇ ਕਰ ਦਿੱਤੇ। ਉਹਦਾ ਸਾਰਿਆਂ ਦਾ ਜਵਾਬ ਇੱਕ ਬੜਾ ਸੌਖਾ ਹੈਗਾ। ਹਾਂਜੀ, ਕਿ ਜਦੋਂ ਅਸੀਂ ਸਟੂਡੈਂਟ ਸਾਹਮਣੇ ਬੈਠੇ, ਬੱਚੇ ਨੂੰ ਹਾਲੇ ਕੁਝ ਨਹੀਂ ਪਤਾ ਕਿ ਮੈਂ ਕਿਵੇਂ ਜਾ ਕੇ ਕੀ ਹੋਣਾ, ਉਸ ਦੀ ਅਸੀਂ ਆਪਣੇ ਦਿਮਾਗ ਦੇ ਵਿੱਚ ਪਿਕਚਰ ਬਣਾ ਕੇ ਉਹਦੀ ਸਿਕਿਉਰਿਟੀ ਲੈ ਕੇ ਚੱਲਦੇ ਹਾਂ ਕਿ ਇਸ ਨੂੰ ਇੱਥੇ। ਔਰ ਸਾਨੂੰ ਇਹ ਵੀ ਪਤਾ ਲੱਗ ਜਾਂਦਾ, ਜਿਵੇਂ ਅੱਡ ਬਿਜ਼ਨਸਿਸ ਕਰਦੇ ਤਾਂ ਲੋਕਾਂ ਨੂੰ ਤਜਰਬਾ ਹੋ ਜਾਂਦਾ, ਜੇ ਬੱਚੇ ਦੇ 55% ਨੰਬਰ, ਸਾਨੂੰ ਪਤਾ ਇਹਨੇ ਜ਼ਿਆਦਾ ਪੜ੍ਹਾਈ ਨਹੀਂ ਕਰ ਪਾਉਣਾ, ਉਸ ਤਰ੍ਹਾਂ ਦਾ ਕਾਲਜ ਜਿੱਥੇ ਪੜ੍ਹਾਈ ਦਾ ਜ਼ਿਆਦਾ ਪ੍ਰੈਸ਼ਰ ਨਾ ਹੋਵੇ, ਉਸ ਤਰ੍ਹਾਂ ਦਾ ਕੋਰਸ ਜਿਹਦੇ ਜਿਹੜਾ ਜ਼ਿਆਦਾ ਔਖਾ ਨਾ ਹੋਵੇ, ਪਾਸ ਹੋ ਜਾਵੇ, ਸਕਸੈਸਫੁਲ ਹੋ ਜਾਵੇ ਬੱਚਾ, ਘੱਟੋ ਘੱਟ ਪੜ੍ਹਾਈ ਕਰ ਲਵੇ। ਮੰਨ ਲਓ ਕਿ 55% ਵਾਲਾ ਬੱਚਾ ਜਿਹਦੇ 50% ਮਾਰਕਸ ਵੀ ਨਹੀਂ ਮੈਥਮੈਟਿਕਸ ਦੇ ਵਿੱਚ, ਕਹਿੰਦਾ ਜੀ ਕੰਪਿਊਟਰ ਪ੍ਰੋਗਰਾਮਰ ਦਾ ਕੋਰਸ ਲੈਣਾ। ਕੱਲ੍ਹ ਹੀ ਮੇਰੇ ਨਾਲ ਗੱਲ ਹੋਈ, ਇੰਸਿਸਟ ਕਰਦੇ ਕਿ ਕੰਪਿਊਟਰ ਪ੍ਰੋਗਰਾਮਰ ਦਾ ਕੋਰਸ ਲੈਣਾ। ਮੈਂ ਕਿਹਾ ਉਹਦੇ ਬੱਚੇ ਨੇ ਕਰ ਨਹੀਂ ਪਾਉਣਾ, ਉੱਥੇ ਫੇਲ ਹੋ ਜਾਣਾ। ਤੇ ਉਹ ਮੇਰੇ ਸਮਝਾਉਣ ਤੇ ਉਹ ਗੱਲ ਸਮਝ ਕੇ ਬੱਚੇ ਦੀ ਜ਼ਿੰਦਗੀ ਬਚ ਜਾਏਗੀ, ਨਹੀਂ ਤਾਂ ਐਕਸਪਾਇਰ ਹੋ ਜਾਣੀ ਸੀਗੀ। ਸੋ ਇਹ ਸਾਰੀਆਂ ਗੱਲਾਂ, ਸੋ ਜਿਹੜੀ ਤੁਸੀਂ ਗੱਲ ਕੀਤੀ, ਜਿੰਨੀ ਵੀ ਪ੍ਰੋਵਿੰਸਿਸ ਨੇ ਉੱਥੇ ਗੌਰਮੈਂਟ ਦੇ ਇੰਤਜ਼ਾਮ ਨੇ, ਅੱਛੀਆਂ ਯੂਨੀਵਰਸਿਟੀਜ਼। ਮੰਨ ਲਓ ਸਸਕੈਚੁਅਨ ਦੀ ਗੱਲ ਕਰੀਏ, ਯੂਨੀਵਰਸਿਟੀ ਆਫ ਰਜਾਈਨਾ, ਯੂਨੀਵਰਸਿਟੀ ਆਫ ਸਸਕੈਚੁਅਨ ਪੋਲੀਟੈਕਨਿਕ, ਕਈ ਕਾਲਜਿਸ, ਯੂਨੀਵਰਸਿਟੀਜ਼ ਹਰ ਪ੍ਰੋਵਿੰਸ ਦੇ ਵਿੱਚ ਪੂਰੇ ਇੰਤਜ਼ਾਮ ਨੇ। ਲੇਕਿਨ ਇਹ ਸਾਰੀਆਂ ਪ੍ਰੋਵਿੰਸਿਸ ਦੇ ਵਿੱਚ ਇਹ SDS ਵਗੈਰਾ SPP ਪ੍ਰੋਗਰਾਮ ਦੇ ਵਿੱਚ ਮਈ 2009 ਤੋਂ ਸਟੂਡੈਂਟਸ ਜਾਣ ਲੱਗੇ ਨੇ। ਉਹਨਾਂ ਦੇ ਵੀ ਲਿਮਿਟਸ ਨੇ ਕਿ ਕਿੰਨੇ ਕੁ ਲੈ ਕੇ ਜਾ ਸਕਦੇ ਨੇ, ਜਿੰਨੇ ਕੁ ਹਿਸਾਬ ਉਹਨਾਂ ਦਾ ਉੱਥੇ ਜਿਹੜੇ ਸੰਭਾਲ ਲੈਣ। ਸੋ ਉਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਐਕਸਪੈਂਸਸ ਕੀਤੀਆਂ ਨੇ। ਲੇਕਿਨ ਫਿਰ ਵੀ ਇਹ ਜਿਹੜੀ ਜਿੱਥੇ ਵੀ PNP ਸਪੋਰਟ ਕਰਦੀਆਂ ਨੇ, ਜਿਹੜੀ ਕਹਿੰਦੇ ਕਿ ਸਾਡੇ ਇੱਥੇ ਆ ਕੇ ਅਸੀਂ ਫਟਾਫਟ PR ਦੇਵਾਂਗੇ, ਉਹਨਾਂ ਨੂੰ ਬੰਦਿਆਂ ਦੀ, ਸਟੂਡੈਂਟਸ ਦੀ ਲੋੜ ਹੈਗੀ ਹੈ। ਸਸਕੈਚੁਅਨ, ਮੈਨੀਟੋਬਾ, ਐਲਬਰਟਾ ਔਰ ਜਿਹੜੀ ਐਟਲਾਂਟਿਕ ਪ੍ਰੋਵਿੰਸਿਸ 4 ਦੱਸੀਆਂ, ਇਹਨਾਂ ਵਿੱਚ ਹਾਲੇ ਵੀ ਘੱਟ ਕਾਲਜ, ਯੂਨੀਵਰਸਿਟੀਜ਼, ਘੱਟ ਕੋਰਸਿਸ ਹੈਗੇ ਨੇ, ਘੱਟ ਸੀਟਾਂ ਹੈਗੀਆਂ। ਜ਼ਿਆਦਾਤਰ ਸਾਰੇ ਕੈਨੇਡਾ ਦੇ ਵਿੱਚ ਸੈਪਟੰਬਰ ਇਨਟੇਕ ਮੇਨ ਹੁੰਦਾ, ਜ਼ਿਆਦਾਤਰ ਸੈਪਟੰਬਰ ਵਿੱਚ ਇਹਨਾਂ ਵਿੱਚ ਸੀਟਾਂ ਮਿਲ ਜਾਂਦੀਆਂ ਨੇ, ਥੋੜ੍ਹੀ ਜਿਹੀਆਂ ਜਨਵਰੀ 'ਚ, ਖਾਸ ਤੌਰ 'ਤੇ ਮਈ ਵਿੱਚ ਬਹੁਤ ਹੀ ਘੱਟ ਹਰੇਕ ਥਾਂ 'ਤੇ, ਖਾਸ ਤੌਰ 'ਤੇ ਇਹਨਾਂ ਪ੍ਰੋਵਿੰਸੀ 'ਤੇ। ਦੂਸਰਾ ਇਹ ਕਿ ਜਿਹੜੀ ਤੁਸੀਂ ਕੁਐਸਚਨ ਕੀਤਾ 2 ਸਾਲ ਦਾ, 3 ਸਾਲ ਦਾ ਜਾਂ 4 ਸਾਲ ਦਾ, ਆਮ ਤੌਰ 'ਤੇ ਇਹ ਸਾਰੀ ਨੌਲੇਜ ਨਹੀਂ ਹੁੰਦੀ। ਪਲੀਜ਼ ਨੋਟ ਡਾਊਨ ਕਿ 2 ਸਾਲ, 3 ਸਾਲ ਜਾਂ 4 ਸਾਲ ਦਾ ਕੋਰਸ ਕਰਨ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲਣਾ। ਸੋ ਮੋਸਟ ਸਟੂਡੈਂਟਸ ਗੋ ਫॉर 2 ਈਅਰ ਪ੍ਰੋਗਰਾਮ, 3 ਸਾਲ ਦਾ ਵਰਕ ਪਰਮਿਟ, 6 ਮਹੀਨੇ ਸਾਲ ਦਾ ਐਕਸਪੀਰੀਅੰਸ। ਜ਼ਿਆਦਾਤਰ ਪ੍ਰੋਵਿੰਸੀ 'ਚ ਕੰਮ ਕਰਕੇ ਔਰ PR ਅਪਲਾਈ ਕਰਕੇ, PR ਕਰਕੇ ਜੇ ਡਿਗਰੀ ਕਰਨੀ ਹੈ ਤੇ 2 ਸਾਲ ਦੇ ਜਿਹੜੇ ਉਹ ਡਿਪਲੋਮਾ ਕੀਤਾ ਸੀ ਕ੍ਰੈਡਿਟ ਟ੍ਰਾਂਸਫਰ ਹੋ ਜਾਣੇ ਆ। 4 ਸਾਲ ਦੀ ਡਿਗਰੀ 2 ਸਾਲ 2.5 ਸਾਲ ਵਿੱਚ ਹੋਏਗੀ ਔਰ ਉਸ ਦੀ ਫੀਸ 4/5 ਹਿੱਸਾ ਲੱਗੇਗੀ। ਠੀਕ ਹੈ, ਮਤਲਬ ਇਹ ਵੀ ਗੱਲ ਮੈਨੂੰ ਲੱਗਦਾ ਔਨ ਟੇਬਲ ਬਹਿ ਕੇ ਔਰ ਪ੍ਰੋਫਾਈਲ ਟੂ ਪ੍ਰੋਫਾਈਲ ਹੋਰ ਅੱਛੇ ਤਰੀਕੇ ਨਾਲ ਐਕਸਪਲੇਨ ਹੋ ਸਕਦੀ ਹੈ। ਔਰ ਬਹੁਤ ਸਾਰੇ ਸਟੂਡੈਂਟਸ ਨੇ ਪਾਇਨੀਅਰ ਇਮੀਗ੍ਰੇਸ਼ਨ ਤੇ ਹੁਣ ਤੱਕ ਭਰੋਸਾ ਕੀਤਾ ਔਰ ਉਹ ਆਪਣੀ ਡ੍ਰੀਮ ਡੈਸਟੀਨੇਸ਼ਨ ਵੱਲ ਨੂੰ ਉਡਾਨ ਭਰ ਚੁੱਕੇ ਨੇ ਜਾਂ ਭਰਨ ਵਾਲੇ ਨੇ। ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਰੁਝੇਵੇਂ ਵਿੱਚ ਸਮਾਂ ਦੇਣ ਦੇ ਲਈ ਔਰ ਸਾਨੂੰ ਇੰਨੇ ਅੱਛੇ ਤਰੀਕੇ ਨਾਲ ਇੱਕ ਪਰਿਭਾਸ਼ਾ ਸਮਝਾਉਣ ਦੇ ਲਈ ਕਿ ਕਿਸ ਤਰੀਕੇ ਨਾਲ ਕਿਹੜੀ ਚੀਜ਼ ਨੂੰ ਚੁਣਿਆ ਜਾਵੇ। ਔਰ ਫਿਰ ਤੋਂ ਜਲਦ ਹਾਜ਼ਰ ਹੋਵਾਂਗੇ। ਸ਼ੁਕਰੀਆ ਸਮਾਂ ਦੇਣ ਦੇ ਲਈ। ਧੰਨਵਾਦ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।
ਫਿਰ ਤੋਂ ਹਾਜ਼ਰ ਹੋਵਾਂਗੇ ਜੀ। ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈ, ਤੁਸੀਂ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਤਸਵੀਰ ਕਲਿੱਕ ਕਰਕੇ ਰੱਖ ਲਓ। ਫਿਰ ਤੋਂ ਆਵਾਂਗੇ। ਧਿਆਨ ਰੱਖੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਸੀਂ ਵੀ ਯੂਕੇ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੀਆਂ ਕੰਟਰੀਆਂ ਦੇ ਵਿੱਚ ਸਟੂਡੈਂਟ ਵੀਜ਼ਾ ਦਾ ਕੰਮ ਕਰਦੇ ਹੋ, ਜਾਂ ਪੀਆਰ ਦਾ ਕੰਮ ਕਰਦੇ ਹੋ, ਜਾਂ ਫਿਰ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਦੇ ਵਿੱਚ ਡੀਲ ਕਰਦੇ ਹੋ, ਤੁਸੀਂ ਵੀ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ, ਤਾਂ ਹੇਠ ਲਿਖੇ ਨੰਬਰਾਂ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰੀ ਫਿਰ ਤੋਂ ਨੋਟ ਕਰ ਲਓ, 9914400369।